ਸਤਿ ਸ੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੇਸਿੰਗ ਆਡੀਓ ਟੀਮ ਦੇ ਵੱਲੋਂ ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਕਰਮ ਚੱਕਰ ਸਿਧਾਂਤ ਕਿਆ ਹੈ ਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਲਿਖਦੇ ਨੇ, ਸਮਾਜਿਕ ਕਾਨੂੰਨ ਇਸ ਤਰ੍ਹਾਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਕਿ ਕਿਸੇ ਦੂਸਰੇ ਨੂੰ ਜੋ ਵੀ ਕੋਈ ਹਾਨੀ ਪਹੁੰਚਾਵੇ ਉਹ ਕਾਨੂੰਨੀ ਸਜ਼ਾ ਨੂੰ ਭੁਗਤ ਕੇ ਆਪਣੇ ਮਾੜੇ ਕਰਮਾਂ ਨੂੰ ਸੁਧਾਰ ਲਵੇ। ਮਿਸਾਲ ਲਈ, ਜੇ ਕਿਸੇ ਵਿਅਕਤੀ ਨੇ ਦੂਜੇ ਦੇ ਨਾਲ ਲੜਾਈ ਝਗੜਾ ਜਾਂ ਮਾਰਪੀਟ ਕੀਤੀ, ਉਸ ਦੇ ਕਾਰਨ ਜੇ ਦੂਜਾ ਵਿਅਕਤੀ ਵਿਕਲਾਂਗ ਹੋ ਜਾਵੇ ਤੇ ਉਸ ਦੇ ਡਿਪੈਂਡੈਂਟ ਸਾਰੇ ਵੀ ਕਸੂਰ ਨਾ ਹੋਣ ਦੇ ਬਾਵਜੂਦ ਵੀ ਪੀੜਿਤ ਤੇ ਦੁਖੀ ਹੋਏ। ਇਸ ਲਈ ਗਲਤੀ ਕਰਨ ਵਾਲੇ ਨੂੰ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਧਨ ਕਮਾ ਕੇ ਪੀੜਿਤ ਤੇ ਦੁਖੀ ਪਰਿਵਾਰ ਨੂੰ ਦੇਣਾ ਚਾਹੀਦਾ ਹੈ। ਆਪਣੀ ਗਲਤੀ ਦੇ ਕਾਰਨ ਹੋਏ ਸਾਰੇ ਨੁਕਸਾਨ ਨੂੰ ਸਮਝ ਕੇ ਪੀੜਿਤ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਆਪਣੀ ਗਲਤੀ ਤੋਂ ਹੋਏ ਮਾੜੇ ਕਰਮਾਂ ਦਾ ਕੁਝ ਹਿੱਸਾ ਕੱਟ ਸਕਦਾ ਹੈ। ਗਲਤੀ ਕਰਨ ਵਾਲਾ ਕੁਝ ਸਾਲ ਜੇਲ੍ਹ ਵਿੱਚ ਸਜ਼ਾ ਕੱਟ ਕੇ ਪਛਤਾਤਾਪ ਕਰਕੇ ਆਪਣੇ ਕਰਮ ਰਿਣ ਨੂੰ ਘਟਾ ਸਕਦਾ ਹੈ, ਨਹੀਂ ਤੇ ਕੋਈ ਵੀ ਸ਼ਕਤੀ ਉਹਦੇ ਕਰਮ ਰਿਣ ਨੂੰ ਘਟਾਉਣ ਵਿੱਚ ਸਹਾਇਕ ਨਹੀਂ ਹੋ ਸਕਦੀ। ਗਲਤੀ ਕਰਨ ਵਾਲੇ ਨੂੰ ਪੁਲਿਸ ਨੂੰ ਵੀ ਸੌਂਪ ਸਕਦੇ ਹਾਂ। ਇਸ ਤਰ੍ਹਾਂ ਉਸ ਨੂੰ ਆਪਣੇ ਕਰਮ ਨੂੰ ਘਟਾਉਣ ਦਾ ਮੌਕਾ ਮਿਲ ਜਾਵੇਗਾ। ਜੇ ਉਹ ਆਪਣੀ ਮਾਇਆ ਦੇ ਜਾਂ ਪੋਸ ਦੇ ਪ੍ਰਭਾਵ ਨਾਲ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਦੀ ਕੋਸ਼ਿਸ਼ ਕਰੂਗਾ ਤੇ ਕਰਮ ਰਿਣ ਦੇ ਦੁੱਗਣਾ ਹੋ ਜਾਣ ਦੀ ਸੰਭਾਵਨਾ ਹੈ। ਆਪਣੀ ਗਲਤੀ ਨੂੰ ਨਾ ਮੰਨ ਕੇ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਦੀ ਕੋਸ਼ਿਸ਼ ਦੇ ਕਾਰਨ ਉਹ ਆਪਣੇ ਕਰਮ ਰਿਣ ਨੂੰ ਔਰ ਵੀ ਵਧਾ ਲਵੇਗਾ। ਇਸ ਸੰਸਾਰ ਵਿੱਚ ਕਈ ਕਸੂਰਵਾਰ ਆਜ਼ਾਦੀ ਨਾਲ ਰਹਿ ਰਹੇ ਹਨ, ਇਸ ਲਈ ਪ੍ਰਜਾ ਦਾ ਲੋਕਲ ਕਾਨੂੰਨ ਦੇ ਪ੍ਰਤੀ ਭਰੋਸਾ ਉੱਠ ਗਿਆ ਹੈ। ਜਿਸ ਨੇ ਵੀ ਸਥਾਨੀ ਕਾਨੂੰਨ ਦੀ ਰਚਨਾ ਤੇ ਵਿਵਸਥਾ ਕੀਤੀ, ਉਹਦਾ ਮਕਸਦ ਤੇ ਵਿਵਸਥਾ ਬਹੁਤ ਵਧੀਆ ਸੀ, ਲੇਕਿਨ ਕੁਝ ਅਮੀਰ ਤੇ ਚਲਾਕ ਵਰਗ ਵਾਲਿਆਂ ਨੇ ਆਪਣੇ ਸਵਾਰਥੀ ਪ੍ਰਯੋਜਨ ਵਾਸਤੇ ਉਹਨੂੰ ਬਦਨਾਮ ਕਰ ਦਿੱਤਾ। ਸਭ ਨੂੰ ਸਹੀ ਨਿਆਂ ਮਿਲ ਪਾਵੇ, ਇਸ ਲਈ ਜਨਤਾ ਨੂੰ ਕਾਨੂੰਨ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਅਮਲ ਕਰਨਾ ਚਾਹੀਦਾ ਹੈ। ਸਾਨੂੰ ਕਾਨੂੰਨ ਦੀ ਸਹਾਇਤਾ ਕਰਨੀ ਚਾਹੀਦੀ ਹੈ, ਨਹੀਂ ਤੇ ਕਾਨੂੰਨ ਵਿਵਸਥਾ ਕਮਜ਼ੋਰ ਹੋ ਜਾਂਦੀ ਹੈ। ਮਿਲ ਕੇ ਸਹਿਯੋਗ ਕਰਾਂਗੇ ਤੇ ਫਿਰ ਤੋਂ ਉਹ ਪਾਵਰਫੁਲ ਹੋਵੇਗੀ। ਜੇ ਸਥਾਨੀ ਕਾਨੂੰਨ ਦਾ ਸਹੀ ਤਰੀਕੇ ਨਾਲ ਅਮਲ ਕੀਤਾ ਜਾਵੇ ਤਾਂ ਜ਼ਿਆਦਾਤਰ ਕਰਮ ਰਿਣ ਇਸ ਪ੍ਰਿਥਵੀ ਤੇ ਹੀ ਘਟ ਜਾਵੇਗਾ। ਨਿਯਮ ਦੇ ਅਨੁਸਾਰ ਆਪਣੇ ਕਾਨੂੰਨ ਦੇ ਦਿੱਤੇ ਹੋਏ ਦੰਡ ਨੂੰ ਭੋਗਦੇ ਹੋਏ ਜੇ ਉਹਨੂੰ ਜਰਾ ਵੀ ਪਛਤਾਤਾਪ ਨਾ ਹੋਵੇ ਤੇ ਉਹਨੂੰ ਕਰਮ ਦੰਡ ਵੀ ਜ਼ਰੂਰ ਮਿਲੇਗਾ। ਇੱਕ ਔਰ ਮਿਸਾਲ, ਜੇ ਕਿਸੇ ਵਿਅਕਤੀ ਨੂੰ ਨਿਰਦੋਸ਼ ਹੋਣ ਦੇ ਬਾਵਜੂਦ ਵੀ ਸਥਾਨੀ ਕਾਨੂੰਨ ਨਿਯਮ ਦੁਆਰਾ ਕਸੂਰਵਾਰ ਠਹਿਰਾਉਣ ਦੇ ਕਾਰਨ ਦੰਡ ਮਿਲਿਆ, ਉਸ ਦਾ ਕਾਰਨ ਕੀ ਸੀ, ਉਸ ਵਿਅਕਤੀ ਦੀ ਰਿਐਕਸ਼ਨ ਕੀ ਹੋਣੀ ਚਾਹੀਦੀ ਹੈ, ਇਹ ਵੀ ਸਮਝਣ ਵਾਲਾ ਵਿਸ਼ੇ ਹੈਗਾ। ਸਭ ਨੂੰ ਹੀ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਕਈ ਆਤਮਾ ਚੰਗਾ ਵਿਗਿਆਨ ਪਾਉਣ ਦੇ ਬਾਵਜੂਦ ਵੀ ਇਸ ਪ੍ਰਿਥਵੀ ਲੋਕ ਤੇ ਥੋੜ੍ਹੀ ਬਹੁਤ ਗਲਤੀਆਂ ਕਰਦੀਆਂ ਹਨ। ਉਹ ਆਪਣਾ ਜੀਵਨ ਸਮਾਪਤ ਹੋਣ ਦੇ ਬਾਅਦ ਸੂਖਸ਼ਮ ਲੋਕ ਵਿੱਚ ਜਾ ਕੇ ਆਪਣੇ ਕਰਮ ਰਿਕਾਰਡਸ ਨੂੰ ਜਾਂਚਦੀਆਂ ਨੇ। ਉਹ ਆਪਣੇ ਗਿਆਨ ਦੇ ਕਾਰਨ ਜਲਦਬਾਜ਼ੀ ਫੈਸਲਾ ਨਾ ਲੈ ਕੇ ਵੈਲ ਪਲਾਨ ਜੀਵਨ ਚੁਣਦੀਆਂ ਹਨ ਤੇ ਆਪਣੇ ਕਰਮ ਰਿਣ ਨੂੰ ਚੁਕਾ ਕਰ ਨਏ ਕਰਮ ਤੋਂ ਬਚ ਜਾਂਦੀਆਂ ਹਨ। ਉਹ ਸਮਝ ਰੱਖਦੀਆਂ ਹਨ ਕਿ ਪਿਛਲੀ ਗਲਤੀਆਂ ਦੇ ਕਾਰਨ ਥੋੜ੍ਹਾ ਬਹੁਤਾ ਕਸ਼ਟ ਤੇ ਉਠਾਉਣਾ ਹੀ ਪਵੇਗਾ। ਇਹ ਵੀ ਜਾਣਕਾਰੀ ਰੱਖਦੀਆਂ ਹਨ ਕਿ ਫਿਰ ਤੋਂ ਕੋਈ ਗਲਤੀ ਹੋਵੇਗੀ ਤੇ ਫਿਰ ਤੋਂ ਨਏ ਕਰਮ ਤੋਂ ਜੁੜ ਜਾਵਾਂਗੇ। ਇਸ ਲਈ ਨਿਰਦੋਸ਼ ਹੋਣ ਦੇ ਬਾਵਜੂਦ ਵੀ ਸਥਾਨੀ ਕਾਨੂੰਨ ਦੰਡ ਨੂੰ ਸਵੀਕਾਰ ਕਰ ਲੈਂਦੀਆਂ ਹਨ। ਪੇਸ਼ੈਂਸ ਦੇ ਨਾਲ ਉਹ ਸਜ਼ਾ ਨੂੰ ਭੋਗਦੇ ਹੋਏ ਉਹ ਆਪਣੀ ਪਰਸਨੈਲਿਟੀ ਦੀ ਗਰੋਥ ਕਰਦੀਆਂ ਹਨ। ਜੇਲ੍ਹ ਵਿੱਚ ਜੇ ਆਤਮਾ ਆਪਣੀ ਗਰੋਥ ਵਾਸਤੇ ਸੁਟੇਬਲ ਕੰਡੀਸ਼ਨਸ ਨਾ ਹੋਣ ਦੇ ਬਾਵਜੂਦ ਵੀ ਆਪਣੀ ਐਨਰਜੀ ਨੂੰ ਇਕੱਠਾ ਕਰਕੇ ਆਪਣੀ ਗਰੋਥ ਕਰਨਾ ਚਾਹਵੇ ਤੇ ਉਹ ਆਤਮਾ ਆਪਣੇ ਨਾਲ ਦੂਜਿਆਂ ਦੀ ਵੀ ਗਰੋਥ ਵਿੱਚ ਸਹਾਇਕ ਹੋਵੇਗੀ।
ਇੱਕ ਔਰ ਤਰੀਕਾ ਵੀ ਹੈ ਕਿ ਜੇ ਉਹ ਨਿਰਦੋਸ਼ ਹੈ, ਉਹ ਕਾਨੂੰਨ ਵਿਧਾਨ ਦਾ ਸਹਾਰਾ ਲੈ ਕੇ ਕੇਸ ਫਾਈਲ ਕਰ ਸਕਦਾ ਹੈ, ਜਾਂ ਉਹ ਆਪਣੇ ਜੀਵਨ ਨੂੰ ਲੋਕ ਕਲਿਆਣ ਵਿੱਚ ਵੀ ਲਗਾ ਸਕਦਾ ਹੈ। ਆਪਣੀ ਨਿਰਦੋਸ਼ਿਤਾ ਨੂੰ ਸਹੀ ਤਰੀਕੇ ਅਪਣਾ ਕੇ ਵੀ ਕਲੀਅਰ ਕਰ ਸਕਦਾ ਹੈ। ਇਸ ਤਰ੍ਹਾਂ ਉਹਦੇ ਕਰਮ ਜੜ ਤੋਂ ਹੀ ਮਿਟ ਜਾਵਣਗੇ। ਮਾਨਸਿਕ ਤਣਾਅ, ਪੀੜਾ ਨੂੰ ਪੇਸ਼ੈਂਸ ਦੇ ਨਾਲ ਸਹਿ ਕੇ ਵੀ ਕਰਮ ਨੂੰ ਸੁਧਾਰ ਸਕਦਾ ਹੈ। ਇਸ ਤਰ੍ਹਾਂ ਉਹਦੀ ਗਰੋਥ ਵੀ ਹੋਵੇਗੀ। ਕੁਝ ਆਤਮਾ ਐਕਸੀਡੈਂਟ ਹੋਣ ਦੇ ਕਾਰਨ ਵੀ ਆਪਣੇ ਆਪ ਸਜ਼ਾ ਪਾ ਲੈਂਦੀਆਂ ਹਨ। ਕਈ ਆਤਮਾ ਲੰਬੀ ਬਿਮਾਰੀ ਚੁਣ ਕੇ ਆਉਂਦੀਆਂ ਹਨ ਅਤੇ ਬਿਮਾਰ ਹੋ ਕੇ ਸਜ਼ਾ ਭੋਗਦੀਆਂ ਹਨ। ਇਹ ਵੀ ਕਰਮ ਰਿਣ ਨੂੰ ਚੁਕਾਉਣ ਦਾ ਇੱਕ ਰਸਤਾ ਹੈ। ਇਸ ਤਰ੍ਹਾਂ ਹੀ ਕਰਮ ਸੂਤਰ ਕੰਮ ਕਰਦਾ ਹੈ। ਕਰਮ ਰਿਣ ਨੂੰ ਚੁਕਾਉਣ ਲਈ ਸਿੱਧਾ ਤੇ ਪੂਰਨ ਰੂਪ ਤੋਂ ਸਫਲ ਹੋਣ ਵਾਲਾ ਇੱਕ ਹੋਰ ਰਸਤਾ ਵੀ ਹੈਗਾ, ਸੁਲਭ, ਸੁਕਮ ਤੇ ਆਸਾਨ। ਆਪਣੇ ਆਪ ਨੂੰ ਸਜ਼ਾ ਨਾ ਦਿੰਦੇ ਹੋਏ ਜੋ ਕਰਮ ਦੇ ਅਧੀਨ ਹੋਵੇ, ਉਸ ਦਾ ਦੰਡ ਭੋਗ ਰਿਹਾ ਹੋਵੇ, ਜਿਹਨੂੰ ਮਦਦ ਦੀ ਲੋੜ ਹੋਵੇ, ਉਹਦੀ ਮਦਦ ਕਰ ਸਕਦੇ ਹੋ। ਤੁਹਾਡੀ ਤਾਕਤ ਤੇ ਗਿਆਨ ਨੂੰ ਪ੍ਰਜਾ ਦੀ ਸੁੱਖ ਸ਼ਾਂਤੀ ਤੇ ਆਪਣੀ ਸ਼ਾਂਤੀ ਲਈ ਇਸਤੇਮਾਲ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਕਰਮ ਰਿਣ ਨੂੰ ਵੀ ਘਟਾਉਂਦੇ ਹੋ ਤੇ ਦੂਜਿਆਂ ਵਾਸਤੇ ਵੀ ਮਦਦਗਾਰ ਹੋਵੋਗੇ। ਲੇਕਿਨ ਤੁਹਾਡੀ ਸੋਚ ਨਿਸਵਾਰਥ ਹੋਣੀ ਚਾਹੀਦੀ ਹੈ। ਜਦ ਦੂਜਿਆਂ ਦੀ ਸ਼ਕਤੀ, ਕੁਸ਼ਲਤਾ ਦੇ ਲਈ ਮਿਹਨਤ ਕਰੋਗੇ ਤਾਂ ਹੀ ਆਪਣੇ ਕਰਮ ਰਿਣ ਨੂੰ ਡਬਲ ਸਪੀਡ ਨਾਲ ਘਟਾ ਪਾਵੋਗੇ। ਇਸ ਤਰ੍ਹਾਂ ਕਰਮ ਪਾਲਣ ਦਾ ਇਹੋ ਇੰਪੋਰਟੈਂਟ ਸੂਤਰ ਹੈਗਾ। ਦੋਸਤੋ, ਅੱਜ ਦੇ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਹਾਸਿਲ ਕਰਾਂਗੇ। ਸ਼ੁਕਰੀਆ, ਧੰਨਵਾਦ।